ਅੱਜ ਅਸੀਂ MA भाग पहला दे महत्वपूर्ण पेपर पंजाबी साहित्य की इतिहासकारी बारे चर्चा करांगे। ਸਾਹਿਤ ਮਨੁੱਖੀ ਜੀਵਨ ਤੇ ਸਮਾਜ ਨਾਲ ਸਿੱਧੇ ਤੌਰ ਤੇ ਜੁੜਿਆ ਹੋਣ ਕਰਕੇ ਇੱਕ ਜਟਲ ਤੇ ਗੁੰਝਲਦਾਰ ਵਰਤਾਰਾ ਹੈ। ਉਪਰੀ ਨਜ਼ਰੇ ਪੜ੍ਹਿਆ ਅਸੀਂ ਇਸ ਦੇ ਅੰਤਰੀਵੀ ਤੇ ਡੂੰਘੇ ਅਰਥਾਂ ਤੱਕ ਨਹੀਂ ਪਹੁੰਚ ਸਕਦੇ, ਕਿਉਂਕਿ ਪੀਰੇ ਮੈਸ਼ਰੇ ਅਨੁਸਾਰ ਸਾਹਿਤ ਵਿੱਚ ਸਿਰਫ ਉਹ ਗੱਲਾਂ ਹੀ ਮਹੱਤਵਪੂਰਨ ਨਹੀਂ ਹੁੰਦੀਆਂ ਜਿਹੜੀਆਂ ਕਿ ਲਿਖੀਆਂ ਜਾਂ ਕਹੀਆਂ ਗਈਆਂ ਹੁੰਦੀਆਂ ਹਨ, ਸਗੋਂ ਇਸ ਵਿੱਚ ਉਹ ਗੱਲਾਂ ਵਧੇਰੇ ਮਹੱਤਵ ਰੱਖਦੀਆਂ ਹਨ ਜਿਹੜੀਆਂ ਕਿ ਲਿਖੀਆਂ ਜਾਂ ਕਹੀਆਂ ਗਈਆਂ ਨਹੀਂ ਹੁੰਦੀਆਂ। ਉਸ ਦੇ ਸ਼ਬਦਾਂ ਵਿੱਚ ਅਨਸੈਡ ਇਜ਼ ਮੋਰ ਇੰਪੋਰਟੈਂਟ ਇਨ ਲਿਟਰੇਚਰ। ਸੋ ਸਾਹਿਤ ਵਿਚਲੇ ਇਸ ਅਣਕਹੇ ਵਿੱਚ ਹੀ ਉਸ ਦੇ ਸੂਖਮ ਤੇ ਅੰਤਰੀਵੀ ਅਰਥ ਛੁਪੇ ਹੁੰਦੇ ਹਨ। ਕਿਸੇ ਵੀ ਲੇਖਕ ਦੇ ਇਸ ਅਣਕਹੇ ਤੱਕ ਪਹੁੰਚਣ ਲਈ ਭਿੰਨ ਆਲੋਚਨਾ ਪ੍ਰਣਾਲੀਆਂ ਹੋਂਦ ਵਿੱਚ ਆਈਆਂ ਹਨ, ਪਰ ਇਹਨਾਂ ਵਿੱਚੋਂ ਕਿਸੇ ਨੂੰ ਵੀ ਸੰਪੂਰਨ ਨਹੀਂ ਮੰਨਿਆ ਜਾ ਸਕਦਾ। ਇਸ ਲਈ ਸਾਹਿਤ ਨੂੰ ਸਮਝਣ ਲਈ ਅਸੀਂ ਕੁਝ ਹੋਰ ਸਾਧਨਾਂ ਜਾਂ ਵਿਧੀਆਂ ਦੀ ਵਰਤੋਂ ਵੀ ਕਰਦੇ ਹਾਂ, ਜਿਵੇਂ ਕਿ ਸਾਹਿਤਕਾਰਾਂ ਦੇ ਜੀਵਨ ਸਮਾਚਾਰਾਂ ਵਿੱਚੋਂ ਉਹਨਾਂ ਦੁਆਰਾ ਰਚੀਆਂ ਗਈਆਂ ਰਚਨਾਵਾਂ ਦੇ ਪ੍ਰੇਰਨਾ ਸਰੋਤਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸੇ ਦੀ ਪੂਰਤੀ ਲਈ ਉਹਨਾਂ ਨਾਲ ਮੁਲਾਕਾਤਾਂ ਕਰਕੇ ਰਚਨਾਵਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਵੱਧ ਤੋਂ ਵੱਧ ਸਪਸ਼ਟ ਹੋਣ ਦਾ ਯਤਨ ਕੀਤਾ ਜਾਂਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਪੰਜਾਬੀ ਸਾਹਿਤ ਦੀ ਸਿਰਜਣਾ 8ਵੀਂ 9ਵੀਂ ਸਦੀ ਈਸਵੀ ਵਿੱਚ ਆਰੰਭ ਹੋ ਚੁੱਕੀ ਸੀ ਅਤੇ ਨਾਥਜੋਗੀਆਂ ਨੂੰ ਸਾਡੇ ਮੁੱਢਲੇ ਸਾਹਿਤਕਾਰ ਸਵੀਕਾਰਿਆ ਗਿਆ ਹੈ। ਇਉਂ ਉਦੋਂ ਤੋਂ ਲੈ ਕੇ ਹੁਣ ਤੱਕ ਤਕਰੀਬਨ 13-14 ਸਦੀਆਂ ਤੋਂ ਪੰਜਾਬੀ ਸਾਹਿਤ ਦੀ ਲਗਾਤਾਰ ਸਿਰਜਣਾ ਹੋ ਰਹੀ ਹੈ। ਸੋ ਇੰਨੀ ਵਿਸ਼ਾਲ ਮਾਤਰਾ ਵਿੱਚ ਰਚੇ ਗਏ ਸਾਹਿਤ ਦਾ ਅਧਿਐਨ ਇਕੱਲੇ ਸਾਹਿਤਕਾਰ ਨੂੰ ਆਧਾਰ ਬਣਾ ਕੇ ਨਹੀਂ ਕੀਤਾ ਜਾ ਸਕਦਾ। ਇਸ ਲਈ ਸਮੁੱਚੇ ਸਾਹਿਤ ਨੂੰ ਯੁੱਗ ਚੇਤਨਾ ਦੇ ਆਧਾਰ ਤੇ ਵੱਖੋ ਵੱਖਰੇ ਕਾਲ ਖੰਡਾਂ ਵਿੱਚ ਵੰਡ ਕੇ ਸਮਝਣ ਤੇ ਅਧਿਐਨ ਕਰਨ ਵਿੱਚ ਸੌਖ ਰਹਿੰਦੀ ਹੈ। ਸੋ ਜਦ ਅਸੀਂ ਕਿਸੇ ਭਾਸ਼ਾ ਦੀ ਸਮੁੱਚੀ ਸਾਹਿਤ ਸਿਰਜਣਾ ਜਾਂ ਸਾਹਿਤਕ ਵਿਕਾਸ ਨੂੰ ਉਸ ਭਾਸ਼ਾ ਨੂੰ ਬੋਲਣ ਵਾਲੇ ਲੋਕਾਂ ਦੇ ਸਮਾਜਿਕ ਇਤਿਹਾਸ ਦੀ ਗਤੀ ਨਾਲ ਮੇਲ ਕੇ ਆਦਿ ਤੋਂ ਵਰਤਮਾਨ ਤੱਕ ਅੰਕਿਤ ਕਰਦੇ ਹਾਂ ਤਾਂ ਇਹ ਸਾਹਿਤ ਦਾ ਇਤਿਹਾਸ ਅਖਵਾਉਂਦਾ ਹੈ। ਜਿੱਥੇ ਕਿਧਰੇ ਵੀ ਇਸ ਸਮਾਜਿਕ ਇਤਿਹਾਸ ਦੀ ਗਤੀ ਵਿੱਚ ਕੋਈ ਪੜਾਅ ਜਾਂ ਪਰਿਵਰਤਨ ਆ ਜਾਂਦਾ ਹੈ ਜਿਹੜਾ ਸਾਹਿਤ ਦੇ ਸਰੂਪ ਜਾਂ ਸੁਭਾਅ ਨੂੰ ਬਦਲਣ ਦੇ ਸਮਰੱਥ ਬਣਦਾ ਹੈ ਤਾਂ ਉਸ ਨੂੰ ਸਾਹਿਤ ਦਾ ਇੱਕ ਵਿਸ਼ੇਸ਼ ਕਾਲ ਜਾਂ ਯੁੱਗ ਮਿਥ ਲਿਆ ਜਾਂਦਾ ਹੈ। ਇਸ ਤਰ੍ਹਾਂ ਸਮੁੱਚੇ ਸਾਹਿਤਕ ਇਤਿਹਾਸ ਵਿੱਚੋਂ ਜਿੰਨੇ ਵੀ ਅਜਿਹੇ ਦੌਰ ਆਉਂਦੇ ਹਨ ਜਦ ਭਿੰਨ ਵਿਧੀਆਂ ਅਪਣਾ ਕੇ ਉਹਨਾਂ ਨੂੰ ਕੋਈ ਨਾਂ ਦੇ ਕੇ ਨਿਖੇੜਨ ਦਾ ਯਤਨ ਕੀਤਾ ਜਾਂਦਾ ਹੈ ਤਾਂ ਉਹ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਅਖਵਾਉਂਦੀ ਹੈ। ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਸਮੱਗਰੀ ਦੇ ਇਕੱਤਰੀਕਰਨ ਤੋਂ ਸ਼ੁਰੂ ਹੁੰਦਾ ਹੈ। ਆਰੰਭ ਤੋਂ ਲੈ ਕੇ ਹੁਣ ਤੱਕ ਲਿਖੇ ਗਏ ਸਮੁੱਚੇ ਸਾਹਿਤ ਨੂੰ ਇਕੱਤਰ ਕਰਨਾ ਇੱਕ ਵੱਡਾ ਤੇ ਮੁਸ਼ਕਲ ਕਾਰਜ ਹੈ। ਖਾਸ ਕਰਕੇ ਆਦਿਕਾਲ ਤੇ ਮੱਧਕਾਲ ਨਾਲ ਸੰਬੰਧਿਤ ਹੱਥ ਲਿਖਤ ਖਰੜਿਆਂ ਨੂੰ ਲੱਭਣਾ ਤੇ ਉਹਨਾਂ ਦੀ ਪ੍ਰਮਾਣਿਕਤਾ ਸਥਾਪਿਤ ਕਰਨ ਦਾ ਕੰਮ ਕੋਈ ਸੰਜੀਦਾ ਤੇ ਖੋਜੀ ਬਿਰਤੀ ਵਾਲਾ ਵਿਦਵਾਨ ਹੀ ਕਰ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਰੈਫਰੈਂਸ ਲਾਇਬ੍ਰੇਰੀ ਸਥਾਪਿਤ ਕਰਕੇ ਇਸ ਮਸਲੇ ਦੀ ਗੰਭੀਰਤਾ ਨੂੰ ਪਛਾਣਨ ਦਾ ਸ਼ਲਾਘਾਯੋਗ ਕੰਮ ਕੀਤਾ ਹੈ। ਵਿਅਕਤੀਗਤ ਪੱਧਰ ਤੇ ਡਾਕਟਰ ਮੋਹਨ ਸਿੰਘ ਦੀਵਾਨਾ, ਪ੍ਰੋਫੈਸਰ ਪ੍ਰੀਤਮ ਸਿੰਘ ਤੇ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਨੇ ਇਸ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।
ਪ੍ਰੋਫੈਸਰ ਪ੍ਰੀਤਮ ਸਿੰਘ ਨੇ ਤਾਂ ਆਪਣਾ ਸਮੁੱਚਾ ਜੀਵਨ ਇਸ ਕਾਰਜ ਨੂੰ ਸਮਰਪਿਤ ਕਰਕੇ ਇੱਕ ਮਿਸਾਲੀ ਘਾਲਣਾ ਕੀਤੀ ਹੈ। ਸਾਰੀ ਸਮੱਗਰੀ ਇਕੱਤਰ ਕਰਨ ਤੋਂ ਉਪਰੰਤ ਦੂਜਾ ਪੜਾਅ ਪ੍ਰਾਪਤ ਸਮੱਗਰੀ ਦੇ ਸਾਹਿਤਕ ਜਾਂ ਅਣਸਾਹਿਤਕ ਹੋਣ ਦੀ ਪਛਾਣ ਕਰਨ ਦਾ ਆਉਂਦਾ ਹੈ। ਪੰਜਾਬੀ ਵਿੱਚ ਲਿਖੀ ਹਰ ਰਚਨਾ ਜ਼ਰੂਰੀ ਨਹੀਂ ਕਿ ਸਾਹਿਤਕ ਕਿਰਤ ਦਾ ਦਰਜਾ ਰੱਖਦੀ ਹੋਵੇ, ਪਰ ਇਹ ਮਸਲਾ ਬੜਾ ਪੇਚੀਦਾ ਤੇ ਵਿਵਾਦਮਈ ਹੈ ਕਿ ਰਚਨਾਵਾਂ ਦਾ ਸਾਹਿਤਕ ਮੁੱਲ ਕਿਵੇਂ ਆਂਕਿਆ ਜਾਵੇ। ਕੁਝ ਸਾਹਿਤਕਾਰ ਇੱਕ ਦੋ ਰਚਨਾਵਾਂ ਨਾਲ ਹੀ ਸਾਹਿਤ ਖੇਤਰ ਵਿੱਚ ਸਥਾਪਿਤ ਹੋ ਜਾਂਦੇ ਹਨ, ਜਦੋਂ ਕਿ ਕੁਝ ਦੂਸਰੇ ਵੱਡੀ ਮਾਤਰਾ ਵਿੱਚ ਲਿਖਣ ਦੇ ਬਾਵਜੂਦ ਵੀ ਚਰਚਾ ਦਾ ਕੇਂਦਰ ਨਹੀਂ ਬਣਦੇ ਤੇ ਨਾ ਹੀ ਸਾਹਿਤ ਦੇ ਇਤਿਹਾਸਾਂ ਵਿੱਚ ਉਹਨਾਂ ਨੂੰ ਕੋਈ ਥਾਂ ਮਿਲਦੀ ਹੈ। ਜਿਵੇਂ ਕਿ ਪੰਜਾਬੀ ਨਾਵਲ ਖੇਤਰ ਵਿੱਚ ਬੂਟਾ ਸਿੰਘ ਸ਼ਾਦ ਨੇ ਗਿਣਤੀ ਪੱਖੋਂ ਕਾਫੀ ਰਚਨਾਵਾਂ ਲਿਖੀਆਂ ਹਨ, ਉਹਨਾਂ ਉੱਪਰ ਫਿਲਮਾਂ ਵੀ ਬਣੀਆਂ ਹਨ, ਪਰੰਤੂ ਪੰਜਾਬੀ ਸਾਹਿਤ ਦੇ ਇਤਿਹਾਸਾਂ ਵਿੱਚ ਬੂਟਾ ਸਿੰਘ ਸ਼ਾਦ ਦਾ ਜ਼ਿਕਰ ਤੱਕ ਨਹੀਂ ਆਉਂਦਾ। ਪਰ ਕਿਹੜੇ ਆਧਾਰਾਂ ਉੱਪਰ ਉਸਦੇ ਨਾਵਲਾਂ ਨੂੰ ਸਾਹਿਤ ਦੀ ਕੋਟੀ ਵਿੱਚ ਨਹੀਂ ਰੱਖਿਆ ਗਿਆ, ਇਹ ਅਸਪਸ਼ਟ ਹਨ। ਇਸ ਲਈ ਪ੍ਰਾਪਤ ਸਮੱਗਰੀ ਦੇ ਸਾਹਿਤਕ ਜਾਂ ਅਣਸਾਹਿਤਕ ਹੋਣ ਦਾ ਮਸਲਾ ਸਾਹਿਤ ਦੇ ਇਤਿਹਾਸਕਾਰਾਂ ਸਾਹਮਣੇ ਇੱਕ ਗੰਭੀਰ ਚੁਣੌਤੀ ਦੇ ਰੂਪ ਵਿੱਚ ਆਉਂਦਾ ਹੈ। ਇਸ ਦੇ ਫਲਸਰੂਪ ਹੀ ਵੱਖੋ ਵੱਖਰੇ ਸਾਹਿਤ ਇਤਿਹਾਸਾਂ ਵਿੱਚ ਇੱਕ ਸਾਹਿਤਕਾਰ ਜਾਂ ਸਾਹਿਤਕ ਰਚਨਾ ਨੂੰ ਵੱਖੋ ਵੱਖਰਾ ਮਹੱਤਵ ਦਿੱਤਾ ਗਿਆ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਤੋਂ ਬਾਅਦ ਸਾਰੀ ਸਮੱਗਰੀ ਨੂੰ ਕਾਲ ਕ੍ਰਮ ਅਨੁਸਾਰ ਵਿਉਂਤਣ ਦਾ ਮਸਲਾ ਆਉਂਦਾ ਹੈ। ਪੁਰਾਤਨ ਖਰੜਿਆਂ ਉੱਪਰ ਕਈ ਵਾਰ ਰਚਨਾਕਾਰ ਤੇ ਰਚਨਾਕਾਰ ਦਾ ਵੇਰਵਾ ਨਹੀਂ ਦਿੱਤਾ ਗਿਆ ਹੁੰਦਾ, ਇਸ ਲਈ ਉਹਨਾਂ ਦਾ ਰਚਨਾ ਕਾਲ ਨਿਸ਼ਚਿਤ ਕਰਨ ਵਿੱਚ ਸਮੱਸਿਆ ਆਉਂਦੀ ਹੈ। ਕਈ ਵਾਰ ਇਹ ਸਮੱਸਿਆ ਸਾਡੀਆਂ ਆਧੁਨਿਕ ਸਾਹਿਤ ਦੀਆਂ ਰਚਨਾਵਾਂ ਬਾਰੇ ਵੀ ਖੜੀ ਹੋ ਜਾਂਦੀ ਹੈ। ਕਿਸੇ ਵੀ ਰਚਨਾ ਨੂੰ ਪੁਨਰ ਪ੍ਰਕਾਸ਼ਿਤ ਕਰਨ ਸਮੇਂ ਉਸ ਉੱਪਰ ਪ੍ਰਕਾਸ਼ਨ ਵਰਾ ਨਵਾਂ ਲਿਖ ਦਿੱਤਾ ਜਾਂਦਾ ਹੈ ਅਤੇ ਪੁਰਾਣੇ ਐਡੀਸ਼ਨਾਂ ਬਾਰੇ ਵੇਰਵੇ ਦੇਣ ਤੋਂ ਸੰਕੋਚ ਕਰ ਲਿਆ ਜਾਂਦਾ ਹੈ। ਇਸ ਦੇ ਫਲਸਰੂਪ ਸਾਡੇ ਆਧੁਨਿਕ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਵੀ ਕ੍ਰਮ ਅਨੁਸਾਰ ਦਰਜ ਕਰਨਾ ਮੁਸ਼ਕਲ ਹੋ ਜਾਂਦਾ ਹੈ। ਹੁਣ ਤੱਕ ਲਿਖੇ ਗਏ ਪੰਜਾਬੀ ਸਾਹਿਤ ਦੇ ਇਤਿਹਾਸ ਵੱਖੋ ਵੱਖਰੇ ਕਾਲਖੰਡਾਂ ਦੇ ਜਾਂ ਵੱਖੋ ਵੱਖਰੇ ਸਾਹਿਤ ਰੂਪਾਕਾਰਾਂ ਦੇ ਇਤਿਹਾਸ ਵਜੋਂ ਸਾਹਮਣੇ ਆਏ ਹਨ। ਇਸ ਕਰਕੇ ਇਹਨਾਂ ਵਿੱਚੋਂ ਨਿਰੰਤਰਤਾ ਜਾਂ ਲਗਾਤਾਰਤਾ ਦੀ ਧਾਰਾ ਪ੍ਰਵਾਹਿਤ ਹੁੰਦੀ ਨਜ਼ਰ ਨਹੀਂ ਆਉਂਦੀ। ਸਿੱਟੇ ਵਜੋਂ ਸਾਹਿਤ ਦੀ ਇਤਿਹਾਸਕਾਰੀ ਇੱਕ ਖੁਸ਼ਕ ਤੇ ਇਕਾਊ ਵਿਸ਼ਾ ਬਣ ਜਾਂਦੀ ਹੈ। ਇਸ ਨੂੰ ਦਿਲਚਸਪ ਤੇ ਸਾਰਥਕ ਬਣਾਉਣ ਲਈ ਲਾਜ਼ਮੀ ਹੈ ਕਿ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਇਸ ਤਰ੍ਹਾਂ ਕੀਤੀ ਜਾਵੇ ਕਿ ਆਰੰਭ ਤੋਂ ਹੁਣ ਤੱਕ ਦੇ ਸਾਹਿਤ ਨੂੰ ਇੱਕ ਵਗਦੇ ਦਰਿਆ ਵਾਂਗ ਮਹਿਸੂਸ ਕੀਤਾ ਜਾ ਸਕੇ। ਇਹ ਸਾਰੇ ਪੜਾਅ ਪਾਰ ਕਰਨ ਉਪਰੰਤ ਸਾਹਿਤ ਦੇ ਇਤਿਹਾਸ ਲੇਖਣ ਦਾ ਅਗਲਾ ਮਹੱਤਵਪੂਰਨ ਪੜਾਅ ਇਸ ਦੀ ਕਾਲਵੰਡ ਤੇ ਨਾਮਕਰਨ ਦਾ ਆਉਂਦਾ ਹੈ। ਜਿਵੇਂ ਕਿ ਪਹਿਲਾਂ ਵੀ ਜ਼ਿਕਰ ਆ ਚੁੱਕਿਆ ਹੈ ਕਿ ਪੰਜਾਬੀ ਸਾਹਿਤ ਦੀ ਸਿਰਜਣਾ 8ਵੀਂ 9ਵੀਂ ਸਦੀ ਤੋਂ ਆਰੰਭ ਹੋ ਗਈ ਸੀ, ਪਰੰਤੂ ਵਿਧੀਵਤ ਢੰਗ ਨਾਲ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਯਤਨ 20ਵੀਂ ਸਦੀ ਦੇ ਆਰੰਭ ਵਿੱਚ ਹੀ ਸ਼ੁਰੂ ਹੋਏ ਹਨ। ਸਭ ਤੋਂ ਪਹਿਲਾਂ 1913 ਈਸਵੀ ਵਿੱਚ ਬਾਬਾ ਬੁੱਧ ਸਿੰਘ ਨੇ ਆਪਣੀ ਪੁਸਤਕ ਹੰਸਯੋਗ ਵਿੱਚ ਇਸ ਪਾਸੇ ਵੱਲ ਪਹਿਲ ਕੀਤੀ। ਇਸ ਪੁਸਤਕ ਵਿੱਚ ਉਸਨੇ ਆਪਣੇ ਤੋਂ ਪਹਿਲਾਂ ਹੋਏ ਪੰਜਾਬੀ ਲੇਖਕਾਂ ਬਾਰੇ ਸੰਖੇਪਤ ਚਰਚਾ ਕਰਦੇ ਹੋਏ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਦੇ ਮੁੱਦੇ ਨੂੰ ਵੀ ਪਹਿਲੀ ਵਾਰ ਛੋਹਿਆ। ਸਮੁੱਚੇ ਪੰਜਾਬੀ ਸਾਹਿਤ ਨੂੰ ਬਾਬਾ ਜੀ ਨੇ 3 ਹਿੱਸਿਆਂ ਵਿੱਚ ਵੰਡ ਕੇ ਸਮਝਣ ਦਾ ਯਤਨ ਕੀਤਾ। ਇਹ ਹਨ ਨੰਬਰ 1 ਪੁਰਾਣਾ ਸਮਾਂ, ਨੰਬਰ 2 ਵਿਚਕਾਰਲਾ ਸਮਾਂ ਅਤੇ ਨੰਬਰ 3
ਨਵਾਂ ਸਮਾਂ। ਪਹਿਲੀ ਇਹ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕੀਤੀ ਗਈ ਪਹਿਲੀ ਕਾਲ ਵੰਡ ਹੈ। ਇਸ ਤੋਂ ਬਾਅਦ ਡਾਕਟਰ ਮੋਹਨ ਸਿੰਘ ਦੀਵਾਨਾ ਦੁਆਰਾ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਖੇਤਰ ਵਿੱਚ ਕੀਤਾ ਗਿਆ ਖੋਜ ਕਾਰਜ ਬੜਾ ਅਹਿਮ ਹੈ। ਇਸ ਵਿਸ਼ੇ ਨਾਲ ਸੰਬੰਧਿਤ ਉਹਨਾਂ ਦੀਆਂ 4 ਪੁਸਤਕਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਪਹਿਲੀ ਪੁਸਤਕ ਅੰਗਰੇਜ਼ੀ ਵਿੱਚ ਲਿਖੀ ਗਈ ਹਿਸਟਰੀ ਆਫ ਪੰਜਾਬੀ ਲਿਟਰੇਚਰ ਹੈ। ਇਸ ਵਿੱਚ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਪ੍ਰੀ ਨਾਨਕ ਏਜ ਆਫ ਨਾਨਕ, ਲੇਟ ਮੁਗਲ ਪੀਰੀਅਡ, ਏਜ ਆਫ ਰਣਜੀਤ ਸਿੰਘ ਅਤੇ ਦਾ ਬ੍ਰਿਟਿਸ਼ ਪੀਰੀਅਡ ਵਿੱਚ ਵੰਡਿਆ ਹੈ। ਦੂਸਰੀ ਪੁਸਤਕ ਪੰਜਾਬੀ ਅਦਬ ਦੀ ਮੁਖਤਸਰ ਤਵਾਰੀਖ ਹੈ। ਇਸ ਵਿੱਚ ਉਹਨਾਂ ਨੇ 850 ਤੋਂ 1708 ਈਸਵੀ ਤੱਕ ਦੇ ਪੰਜਾਬੀ ਸਾਹਿਤ ਬਾਰੇ ਵਿਚਾਰ ਕਰਦਿਆਂ ਇਸ ਨੂੰ 2 ਖੰਡਾਂ ਨਾਥਾਂ ਜੋਗੀਆਂ ਦਾ ਸਮਾਂ 850 ਤੋਂ 1540 ਈਸਵੀ ਅਤੇ ਜਗਤ ਗੁਰੂ ਨਾਨਕ ਦੇਵ ਦਾ ਅਹਿਦ ਜਾਂ ਗੁਰੂ ਘਰ ਦਾ ਯੁੱਗ 1708 ਈਸਵੀ ਤੱਕ ਵਿੱਚ ਵੰਡਿਆ ਹੈ। ਡਾਕਟਰ ਮੋਹਨ ਸਿੰਘ ਦੀਵਾਨਾ ਦੀ ਤੀਸਰੀ ਪੁਸਤਕ ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ ਹੈ। ਇਸ ਪੁਸਤਕ ਵਿੱਚ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਦਾ ਏਜ ਆਫ ਗੋਰਖਨਾਥ, ਦਾ ਏਜ ਆਫ ਨਾਨਕ, ਦਾ ਏਜ ਆਫ ਸਮਾਰਗ, ਦਾ ਏਜ ਆਫ ਕਾਦਰਯਾਰ ਤੇ ਦਾ ਏਜ ਆਫ ਟ੍ਰਾਂਜੀਸ਼ਨ ਜਾਣੀ ਕਿ ਸਕ੍ਰਾਂਤੀ ਕਾਲ ਵਿੱਚ ਵੰਡਿਆ ਹੈ। ਇਸ ਵਿਸ਼ੇ ਨਾਲ ਸੰਬੰਧਿਤ ਉਹਨਾਂ ਦੀ ਚੌਥੀ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਹੈ। ਇਸ ਵਿੱਚ ਵੀ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲ ਵੰਡ ਬਾਰੇ ਚਰਚਾ ਕਰਦਿਆਂ 850 ਤੋਂ 1450 ਈਸਵੀ ਤੱਕ ਦੇ ਪੰਜਾਬੀ ਸਾਹਿਤ ਨੂੰ ਪੂਰਵ ਨਾਨਕ ਕਾਲ ਜਾਂ ਗੋਰਖ ਕਾਲ, 1450 ਤੋਂ 1700 ਈਸਵੀ ਤੱਕ ਨੂੰ ਨਾਨਕ ਕਾਲ, 1700 ਤੋਂ 1800 ਈਸਵੀ ਨੂੰ ਵਾਰਿਸ ਸ਼ਾਹ ਕਾਲ, 1800 ਤੋਂ 1850 ਈਸਵੀ ਨੂੰ ਰਣਜੀਤ ਸਿੰਘ ਕਾਲ ਅਤੇ 1850 ਈਸਵੀ ਤੋਂ ਪਿਛਲੇ ਪੰਜਾਬੀ ਸਾਹਿਤ ਨੂੰ ਆਧੁਨਿਕ ਜਾਂ ਬਰਤਾਨਵੀ ਕਾਲ ਦੀ ਸੰਗਿਆ ਦਿੱਤੀ ਗਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਡਾਕਟਰ ਮੋਹਨ ਸਿੰਘ ਦੀਵਾਨਾ ਉਹ ਪ੍ਰਬੁੱਧ ਵਿਦਵਾਨ ਹੈ ਜਿਸ ਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੂੰ ਵਿਗਿਆਨਕ ਲੀਹਾਂ ਉੱਪਰ ਪਾਇਆ। ਇੱਥੋਂ ਤੱਕ ਕਿ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਖੇਤਰ ਵਿੱਚ ਹੋਏ ਹੁਣ ਤੱਕ ਦੇ ਸਾਰੇ ਖੋਜ ਕਾਰਜ ਨੂੰ ਕਈ ਵਾਰ ਡਾਕਟਰ ਦੀਵਾਨਾ ਦੁਆਰਾ ਕੀਤੇ ਗਏ ਕੰਮ ਉੱਪਰ ਲੱਗੇ ਫੁੱਟਨੋਟ ਹੀ ਆਖਿਆ ਜਾਂਦਾ ਹੈ। ਪਰੰਤੂ ਇਸ ਦੇ ਬਾਵਜੂਦ ਧਿਆਨਯੋਗ ਨੁਕਤਾ ਇਹ ਹੈ ਕਿ ਡਾਕਟਰ ਦੀਵਾਨਾ ਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨਾਲ ਸੰਬੰਧਿਤ ਆਪਣੀਆਂ ਉਪਰੋਕਤ 4 ਪੁਸਤਕਾਂ ਵਿੱਚ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਤੇ ਉਸ ਦਾ ਨਾਮਕਰਨ ਵੱਖੋ ਵੱਖਰੇ ਢੰਗਾਂ ਨਾਲ ਕੀਤਾ ਹੈ। ਇਹ ਗੱਲ ਡਾਕਟਰ ਦੀਵਾਨਾ ਦੁਆਰਾ ਕੀਤੀ ਗਈ ਖੋਜ ਦਾ ਕੋਈ ਦੋਸ਼ ਨਹੀਂ ਬਣਦੀ, ਸਗੋਂ ਸਾਹਿਤ ਦੀ ਕਾਲਵੰਡ ਤੇ ਇਸ ਦੇ ਨਾਮਕਰਨ ਦੇ ਮਸਲੇ ਦੀ ਗੰਭੀਰਤਾ ਤੇ ਨਾਜ਼ੁਕਤਾ ਵੱਲ ਇਸ਼ਾਰਾ ਕਰਦੀ ਹੈ। ਵੱਖੋ ਵੱਖਰੇ ਵਿਦਵਾਨਾਂ ਦੁਆਰਾ ਕੀਤੀ ਗਈ ਕਾਲਵੰਡ ਤਾਂ ਦੂਰ ਦੀ ਗੱਲ ਹੈ, ਡਾਕਟਰ ਦੀਵਾਨਾ ਵਰਗੇ ਪਰਤਵਾਸ਼ੀਲ ਵਿਦਵਾਨ ਵੀ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਤੇ ਨਾਮਕਰਨ ਕਰਨ ਦਾ ਅਭਿਆਸ ਕਰਦੇ ਹੀ ਪ੍ਰਤੀਤ ਹੁੰਦੇ ਹਨ। ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਲਈ ਹੋਂਦ ਵਿੱਚ ਆਈਆਂ ਤਕਰੀਬਨ ਸਾਰੀਆਂ ਹੀ ਸੰਸਥਾਵਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਲਿਖਵਾਏ ਹਨ, ਜਿਵੇਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬੀ ਅਕੈਡਮੀ ਦਿੱਲੀ ਵੱਲੋਂ ਆਪਣੇ ਆਪਣੇ ਪੱਧਰ ਤੇ ਪੰਜਾਬੀ ਸਾਹਿਤ ਦੇ ਇਤਿਹਾਸ ਲਿਖਵਾਏ ਗਏ ਹਨ। ਇਸ ਤੋਂ ਇਲਾਵਾ ਡਾਕਟਰ ਮੋਹਨ ਸਿੰਘ ਦੀਵਾਨਾ, ਡਾਕਟਰ ਜੀਤ ਸਿੰਘ ਸੀਤਲ, ਡਾਕਟਰ ਗੋਪਾਲ ਸਿੰਘ, ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਤੇ ਡਾਕਟਰ ਪਰਮਿੰਦਰ ਸਿੰਘ, ਪ੍ਰੋਫੈਸਰ ਸੁਰਿੰਦਰ ਸਿੰਘ ਨਰੂਲਾ, ਰੂਸੀ ਵਿਦਵਾਨ ਆਈ ਸਰਵਰੀਆਕੋਵ, ਡਾਕਟਰ ਅਜਮੇਰ ਸਿੰਘ ਤੇ ਡਾਕਟਰ ਧਰਮਪਾਲ ਸਿੰਘਲ ਆਦਿ ਵਿਦਵਾਨਾਂ ਨੇ ਵਿਅਕਤੀਗਤ ਪੱਧਰ ਤੇ ਇਸ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਪਰੋਕਤ ਵਰਣਿਤ ਸਾਰੇ ਸਾਹਿਤ ਦੇ ਇਤਿਹਾਸਾਂ ਵਿੱਚ ਇਸ ਮਸਲੇ ਨੂੰ ਛੋਹਿਆ ਗਿਆ ਹੈ ਤੇ ਆਪਣੇ ਆਪਣੇ ਢੰਗ ਨਾਲ ਨਜਿੱਠਣ ਦਾ ਪ੍ਰਯਤਨ ਕੀਤਾ ਗਿਆ ਹੈ। ਸਮੁੱਚੇ ਰੂਪ ਵਿੱਚ ਇਹਨਾਂ ਸਾਰੀਆਂ ਪੁਸਤਕਾਂ ਦੇ ਅਧਿਐਨ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਤੇ ਨਾਮਕਰਨ ਦੇ ਹੇਠ ਲਿਖੇ
ਆਧਾਰ ਮਿਥੇ ਗਏ ਹਨ। ਨੰਬਰ 1, ਕੋਈ ਉੱਘਾ ਜਾਂ ਪ੍ਰਸਿੱਧ ਲੇਖਕ ਜਿਸ ਦੀ ਸ਼ਖਸੀਅਤ ਤੇ ਸਾਹਿਤ ਸਾਧਨਾ ਦਾ ਅਸਰ ਕਿਸੇ ਵਿਸ਼ੇਸ਼ ਕਾਲ ਦੀ ਸਮੁੱਚੀ ਸਾਹਿਤਕ ਸਿਰਜਣਾ ਉੱਪਰ ਪਿਆ ਹੋਵੇ। ਨੰਬਰ 2, ਕਿਸੇ ਇਤਿਹਾਸਕ ਵਿਅਕਤੀ ਜਾਂ ਰਾਜ ਘਰਾਣੇ ਦੇ ਨਾਂ ਉੱਤੇ। ਨੰਬਰ 3, ਕਿਸੇ ਪ੍ਰਮੁੱਖ ਪ੍ਰਵਿਰਤੀ ਨੂੰ ਸਾਹਮਣੇ ਰੱਖ ਕੇ, ਅਰਥਾਤ ਕਿਸੇ ਵਿਸ਼ੇਸ਼ ਕਾਲ ਦੀ ਸਮਾਜਿਕ ਰਾਜਸੀ ਹਾਲਾਤ ਤੇ ਉਸ ਦੇ ਫਲਸਰੂਪ ਜਾਂ ਪ੍ਰਤੀਕਰਮ ਵਜੋਂ ਪੈਦਾ ਹੋਣ ਵਾਲੇ ਸਾਹਿਤ ਦੀ ਪ੍ਰਧਾਨ ਸੁਰ ਜਾਂ ਰੁਚੀ ਦੇ ਆਧਾਰ ਉੱਤੇ। ਨੰਬਰ 4, ਕਿਸੇ ਧਾਰਾ ਦੇ ਨਾਂ ਉੱਪਰ। ਨੰਬਰ 5, ਸਾਹਿਤ ਦੀ ਉਪਜ ਦੀ ਮਾਤਰਾ ਦੇ ਆਧਾਰ ਤੇ, ਅਰਥਾਤ ਜਿਸ ਕਿਸਮ ਦਾ ਸਾਹਿਤ ਵੱਧ ਤੋਂ ਵੱਧ ਕਿਸੇ ਸਮੇਂ ਵਿੱਚ ਰਚਿਆ ਗਿਆ ਹੋਵੇ। ਨੰਬਰ 6, ਕਿਸੇ ਪ੍ਰਮੁੱਖ ਸਾਹਿਤ ਰੂਪ ਦੇ ਆਧਾਰ ਤੇ, ਅਰਥਾਤ ਬਾਕੀ ਕਲਾ ਰੂਪਾਂ ਦੇ ਮੁਕਾਬਲਤਨ ਜਿਸ ਰੂਪ ਵਿੱਚ ਵੱਧ ਸਾਹਿਤ ਸਿਰਜਣਾ ਹੋਈ ਹੋਵੇ। ਨੰਬਰ 7, ਕਿਸੇ ਸਦੀ ਨੂੰ ਇਕਾਈ ਮੰਨ ਕੇ, ਜਿਵੇਂ ਕਿ 17ਵੀਂ ਸਦੀ, 18ਵੀਂ, 19ਵੀਂ ਜਾਂ 20ਵੀਂ ਸਦੀ ਦਾ ਸਾਹਿਤ ਆਦਿ। ਨੰਬਰ 8, ਸਮੁੱਚੇ ਸਾਹਿਤ ਨੂੰ ਪੁਰਾਤਨ, ਮੱਧ ਤੇ ਆਧੁਨਿਕ ਕਾਲ ਆਖ ਕੇ ਜਾਂ ਸਪਸ਼ਟ ਰੂਪ ਵਿੱਚ ਸਾਰੇ ਸਾਹਿਤ ਨੂੰ ਯੁੱਗ ਚੇਤਨਾ ਦੇ ਆਧਾਰ ਤੇ ਵੰਡ ਕੇ ਸਮਝਣਾ, ਵਿਚਾਰਨਾ ਵਧੇਰੇ ਉਚਿਤ ਹੈ। ਉਪਰੋਕਤ ਪਹਿਲੇ 6 ਆਧਾਰਾਂ ਤੇ ਕੀਤੀ ਗਈ ਕਾਲਵੰਡ ਦੋਸ਼ ਮੁਕਤ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਆਧਾਰਾਂ ਉੱਪਰ ਕੀਤੀ ਗਈ ਕਾਲਵੰਡ ਕਿਸੇ ਇੱਕੋ ਤਰ੍ਹਾਂ ਦੇ ਸਾਹਿਤ ਤੋਂ ਪ੍ਰਭਾਵਿਤ ਪ੍ਰਤੀਤ ਹੋਵੇਗੀ। ਇਸੇ ਤਰ੍ਹਾਂ ਸਦੀਆਂ ਦੇ ਆਧਾਰ ਤੇ ਵੀ ਸਾਹਿਤ ਨੂੰ ਨਹੀਂ ਵੰਡਿਆ ਜਾ ਸਕਦਾ, ਕਿਉਂਕਿ ਕਾਲ ਦੀਆਂ ਸਦੀਆਂ ਦਾ ਸਾਹਿਤ ਦੇ ਯੁੱਗ ਨਾਲ ਕੋਈ ਸਿੱਧਾ ਸੰਬੰਧ ਨਹੀਂ ਮਿਥਿਆ ਜਾ ਸਕਦਾ। ਭਾਵੇਂ ਕਿ ਕਾਲ ਦੀ ਸਦੀ ਬਦਲਣ ਨਾਲ ਸਾਹਿਤ ਦੇ ਯੁੱਗ ਵਿੱਚ ਪਰਿਵਰਤਨ ਵਾਪਰਨਾ ਲਾਜ਼ਮੀ ਨਹੀਂ ਹੁੰਦਾ। ਇਹ ਸਾਰੀ ਚਰਚਾ ਉਪਰੰਤ ਆਖਿਆ ਜਾ ਸਕਦਾ ਹੈ ਕਿ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਤੇ ਨਾਮਕਰਨ ਯੁੱਗ ਚੇਤਨਾ ਤੇ ਆਧਾਰਿਤ ਹੋਣਾ ਉਚਿਤ ਮੰਨਿਆ ਜਾ ਸਕਦਾ ਹੈ। ਇਸ ਅਨੁਸਾਰ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਪ੍ਰਵਾਨਯੋਗ ਕਾਲਵੰਡ ਤੇ ਨਾਮਕਰਨ ਹੇਠ ਲਿਖੇ ਅਨੁਸਾਰ ਕੀਤਾ ਜਾ ਸਕਦਾ ਹੈ। ਊੜਾ ਆਦਿ ਤੋਂ ਲੈ ਕੇ 1500 ਈਸਵੀ ਤੱਕ ਦੇ ਸਾਹਿਤ ਨੂੰ ਆਦਿ ਕਾਲ, ਮੁੱਢਲਾ ਕਾਲ, ਆਰੰਭਕ ਕਾਲ ਜਾਂ ਪੁਰਾਤਨ ਕਾਲ ਆਖਿਆ ਜਾ ਸਕਦਾ ਹੈ। ਇਸ ਦੇ ਅੰਤਰਗਤ ਲੋਕ ਕਾਵਿਧਾਰਾ, ਨਾਸਯੋਗੀ ਕਾਵਿਧਾਰਾ, ਸੂਫੀ ਕਾਵਿਧਾਰਾ, ਭਗਤੀ ਕਾਵਿਧਾਰਾ, ਵੀਰ ਰਸੀ ਕਾਵਿਧਾਰਾ ਆਦਿ ਵਿਚਾਰੇ ਜਾ ਸਕਦੇ ਹਨ। ਆੜਾ 1500 ਤੋਂ 1700 ਈਸਵੀ ਤੱਕ ਨੂੰ ਮੱਧ ਕਾਲ ਦਾ ਨਾਂ ਦਿੱਤਾ ਜਾ ਸਕਦਾ ਹੈ। ਇਸ ਵਿੱਚ ਗੁਰਮਤਿ ਕਾਵਿਧਾਰਾ, ਸੂਫੀ ਕਾਵਿਧਾਰਾ, ਕਿੱਸਾ ਕਾਵਿਧਾਰਾ, ਵੀਰ ਰਸੀ ਕਾਵਿਧਾਰਾ, ਇਸਲਾਮੀ ਕਾਵਿਧਾਰਾ, ਭਗਤੀ ਕਾਵਿਧਾਰਾ ਅਤੇ ਸਾਖੀ ਸਾਹਿਤ ਧਾਰਾ ਆਦਿ ਮੰਨੇ ਜਾ ਸਕਦੇ ਹਨ। 1700 ਤੋਂ 1800 ਈਸਵੀ ਨੂੰ ਪੰਜਾਬੀ ਸਾਹਿਤ ਦਾ ਉੱਤਰ ਮੱਧ ਕਾਲ ਕਿਹਾ ਜਾ ਸਕਦਾ ਹੈ। ਸੱਸਾ 1850 ਤੋਂ 1980 ਈਸਵੀ ਦੇ ਪੰਜਾਬੀ ਸਾਹਿਤ ਨੂੰ ਆਧੁਨਿਕ ਸਾਹਿਤ ਦੀ ਸੰਗਿਆ ਦਿੱਤੀ ਜਾ ਸਕਦੀ ਹੈ ਅਤੇ 1980 ਤੋਂ ਪਿੱਛੋਂ ਦੇ ਸਾਹਿਤ ਨੂੰ ਸਮਕਾਲੀ ਸਾਹਿਤ ਜਾਂ ਉੱਤਰ ਆਧੁਨਿਕ ਸਾਹਿਤ ਕਿਹਾ ਜਾ ਸਕਦਾ ਹੈ। ਇਉਂ ਅਸੀਂ ਵੇਖਦੇ ਹਾਂ ਕਿ ਪੰਜਾਬੀ ਸਾਹਿਤ ਦੀ ਇਤਿਹਾਸਕਾਰੂ ਦੀ ਆਯੂ ਬੇਸ਼ੱਕ ਅਜੇ ਇੱਕ ਸਦੀ ਵੀ ਨਹੀਂ ਹੋਈ, ਪਰੰਤੂ ਸਾਡੇ ਸਿਰੜੀ ਤੇ ਸਹਿਯੋਗ ਵਿਦਵਾਨਾਂ ਨੇ ਇਸ ਨਾਲ ਸੰਬੰਧਿਤ ਮੁੱਦਿਆਂ ਨੂੰ ਸਿਰਫ ਛੋਹਿਆ ਹੀ ਨਹੀਂ, ਸਗੋਂ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨੂੰ